अत प्यारी। साध संग नानक जस गायो, जो प्रभ की अत प्यारी। जुगो जुग अटल शब्द ब्रह्म सतगुरु, धन गुरु ग्रंथ साहिब सच्चे पातशाह जी दी पावन पवित्र हजूरी अंदर जुड़ बैठी साध संगत। धन गुरु ग्रंथ साहिब जी दी किरपा सदका सिख कौम दे महान शहीद ਜਦੋਂ ਵੀ ਉਹਨਾਂ ਦਾ ਸਾਡੀ ਜ਼ੁਬਾਨ 'ਤੇ ਜ਼ਿਕਰ ਆਏ ਜਾਂ ਕਿਸੇ ਕੋਲੋਂ ਸੁਣੀਏ ਤੇ ਇੱਕਦਮ ਗੁਰੂ ਸਾਹਿਬ ਜੀ ਦੇ ਧੰਨ ਗੁਰੂ ਨਾਨਕ ਸੱਚੀ ਪਾਤਸ਼ਾਹ ਜੀ ਦੇ ਉਹ ਬਚਨ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮਰਿਆਓ, ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਉਹ ਗੁਰੂ ਸਾਹਿਬ ਜੀ ਦੇ ਸ਼ਬਦ ਸਾਡੇ ਸਾਹਮਣੇ ਜਦੋਂ ਵੀ ਹੁੰਦੇ ਨੇ ਤੇ ਉਸ ਮਹਾਨ ਸਿੱਖ ਦਾ ਜਿਹੜਾ ਅਕਸ਼ ਸਾਡੇ ਅੱਖਾਂ ਦੇ ਸਾਹਮਣੇ ਬਣਨਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਦੇ ਪਾਵਨ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਗੁਰੂ ਬਾਬਾ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨੋ। ਕਰੋ ਕਿਰਪਾ ਗੁਰਮੁਖ ਪਿਆਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਦੋਂ ਵੀ ਅਸੀਂ ਰੋਜ਼ ਸੁਖਾਸਨ ਕਰਨੇ ਆ ਨਾ, ਇੱਕ ਸ਼ਬਦ ਪੜ੍ਹਨੇ ਆ ਧੰਨ ਗੁਰੂ ਰਾਮਦਾਸ ਜੀ ਦਾ, ਜਿੱਥੈ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਹਾਲਾਂਕਿ ਕਈ ਵਾਰੀ ਅਸੀਂ ਇਸ ਤਰ੍ਹਾਂ ਥਾਂ ਦੇ ਨਾਲ ਜੋੜਨੇ ਆ ਜਿੱਥੇ ਜਿੱਥੇ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਪੈਦਾ ਹੁੰਦੇ ਨੇ ਤੇ ਉਹ ਧਰਤੀ ਨਨਕਾਣਾ ਸਾਹਿਬ ਦਾ ਮਾਣ ਪ੍ਰਾਪਤ ਕਰ ਜਾਂਦੀ ਹੈ। ਇਸੇ ਤਰ੍ਹਾਂ ਦੂਸਰੇ ਗੁਰੂ ਸਾਹਿਬਾਨ ਜਿੱਥੇ ਜਿੱਥੇ ਚਰਨ ਪਾਉਂਦੇ ਨੇ, ਸਿੱਖਾਂ ਦੇ ਲਈ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੁਆ ਹੈ। ਇਸ ਕਰਕੇ ਸਾਡੇ ਕਈ ਵਾਰੀ ਇੱਕ ਐਸਪੈਕਟ ਨੂੰ ਮੁੱਖ ਰੱਖ ਕੇ ਦਿਮਾਗ ਦੇ ਵਿੱਚ ਅਰਥ ਬਣਦੇ ਨੇ, ਪਰ ਇਹਦਾ ਅੰਦਰੂਨੀ ਅਰਥ ਇਹ ਵੀ ਹੈ ਕਿ ਜਿਹੜੇ ਹਿਰਦੇ ਦੇ ਵਿੱਚ ਗੁਰੂ ਸਾਹਿਬ ਜੀ ਬਹਿ ਜਾਣ, ਗੁਰੂ ਸਾਹਿਬ ਜੀ ਦੀ ਆਈਡੀਓਲੋਜੀ ਟਿਕ ਜਾਏ, ਅਸਲ ਦੇ ਵਿੱਚ ਉਹ ਦੁਨੀਆ ਦੇ ਲਈ ਸ਼ੋਭਨੀਕ ਹੋ ਜਾਂਦਾ ਹੈ। ਵੈਸੇ ਹਰ ਬੰਦਾ ਸ਼ੋਭਨੀਕ ਨਹੀਂ ਹੁੰਦਾ। ਬਾਬਾ ਫਰੀਦ ਜੀ ਦੇ ਬਚਨ ਅਸੀਂ ਪੜ੍ਹਨੇ ਆ, ਫਰੀਦਾ ਤੈਨਾ ਮੁਖ ਡਰਾਵਣੇ, ਜਿਨ੍ਹਾਂ ਵਿਸਾਰਿਓ ਨਾਮ। ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ, ਕਈ ਵਾਰੀ ਜ਼ਿਕਰ ਕੀਤਾ, ਨਾਮ ਇੱਕ ਅੰਬਰੇਲਾ ਟਰਮ ਹੈ ਜਿਹਦੇ ਵਿੱਚ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਆਈਡੀਓਲੋਜੀ ਆ ਜਾਂਦੀ ਹੈ। ਦੂਜਾ, ਸਾਡਾ ਬਚਪਨ ਤੋਂ ਲੈ ਕੇ, ਜਨਮ ਤੋਂ ਲੈ ਕੇ ਮਰਨ ਤੱਕ ਸਾਰੇ ਜੀਵਨ ਦੀ ਤਰਤੀਬ ਆ ਜਾਂਦੀ ਹੈ। ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਕੀ ਕਰਨਾ ਹੈ, ਇੱਕ ਗੁਰਸਿੱਖ ਦਾ ਜੀਵਨ ਕਿਵੇਂ ਦਾ ਹੋਣਾ ਚਾਹੀਦਾ ਹੈ, ਉਹ ਸਾਰੀ ਗੁਰੂ ਸਾਹਿਬ ਜੀ ਦੀ ਸਿੱਖਿਆ ਆ ਜਾਂਦੀ ਹੈ। ਤੇ ਇਸ ਕਰਕੇ ਨਾਮ ਦੇ ਵਿੱਚ ਸਾਰਾ ਕੁਝ ਕਵਰ ਹੁੰਦਾ। ਨਾਮ ਇਹੋ ਜਿਹੀ ਜਿਹੜੀ ਟਰਮ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਤੇ ਜਿਹਦੇ ਹਿਰਦੇ ਦੇ ਵਿੱਚ ਉਹ ਨਾਮ ਜਿਹੜਾ ਟਿਕ ਜਾਏ ਨਾ, ਤੇ ਗੁਰੂ ਸਾਹਿਬ ਜੀ ਦੇ ਬਾਰੇ ਅਸੀਂ ਪੜ੍ਹਨੇ ਆ ਵੀ ਜਿੱਥੇ ਜਾਏ ਬਹੈ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖੀ ਸੋ ਥਾਨ ਭਾਲਿਆ, ਗੁਰਸਿੱਖਾਂ ਨੇ ਉਹ ਥਾਂ ਲੱਭਿਆ ਹੈ, ਉਹਦੇ ਪ੍ਰਤੀ ਅੰਦਰੋਂ ਚਾਹਤ ਰੱਖੀ ਹੈ। ਲੈ ਧੂੜ ਮੁਖ ਲਾਵਾ, ਅਸਲ ਦੇ ਵਿੱਚ ਧੂੜ ਦਾ ਮਤਲਬ ਹੈ ਵਿਚਾਰਧਾਰਾ ਨੂੰ ਆਪਣੇ ਮੁੱਖ ਮਸਤਕ, ਸਾਧੂ ਧੂੜ ਮੁੱਖ ਮਸਤਕ ਦਾ ਲਾਈ ਦਾ ਮਤਲਬ ਇਹ ਵੇ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ।
ਤੇ ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ, ਲੈ ਧੂੜ ਮੁਖ ਲਾਵਾ ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਫਿਰ ਗੁਰੂ ਸਾਹਿਬ ਜੀ ਦੀ ਪੂਜਾ ਕੀਤੀ ਨਾ ਮਨ ਬਚਨ ਕਰਮਾਂ ਕਰਕੇ, ਉਹਨਾਂ ਨੂੰ ਵੀ ਰਹਿੰਦੀ ਦੁਨੀਆ ਤੱਕ ਲੋਕ ਯਾਦ ਕਰਦੇ ਨੇ। ਵੈਸੇ ਤਾਂ ਉਹਨਾਂ ਦੇ ਸਰੀਰ ਹੀ ਵੱਖਰੇ ਹੁੰਦੇ ਨੇ ਗੁਰੂ ਤੋਂ। ਗੁਰਬਾਣੀ ਕਹਿੰਦੀ ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਜਲਾਏ। ਧੰਨ ਗੁਰੂ ਅਰਜਨ ਸਾਹਿਬ ਜੀ ਇਹੋ ਜਿਹੇ ਗੁਰਸਿੱਖਾਂ ਦੇ ਲਈ ਜਿਨ੍ਹਾਂ ਦਾ ਮਨ ਬਚਨ ਕਰਮਾਂ ਕਰਕੇ ਆਪਣਾ ਆਪਾ ਅਕਾਲ ਪੁਰਖ ਦੇ ਰੰਗ ਦੇ ਵਿੱਚ ਰੰਗਿਆ ਗਿਆ ਹੈ, ਉਹਨਾਂ ਦੇ ਲਈ ਹਜ਼ੂਰ ਕਹਿੰਦੇ ਨੇ ਗੁਰਸਿੱਖਾਂ ਕੀ ਮਨ ਹਰ ਧੂੜ ਦੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀਗਤ ਪਾਹੇ। ਅਸਲ ਦੇ ਵਿੱਚ ਉਹਨਾਂ ਦੇ ਲਈ ਸਿੱਖ ਕੌਮ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੀਆਂ ਐਗਜ਼ਾਮਪਲਸ ਦੇ ਕੇ ਸਮਝਾਇਆ ਹੈ। ਉਹ ਕਹਿੰਦੇ ਨੇ ਜੈਸੇ ਤੋਂ ਸਫਲ ਬਨ ਬਿਖੈ ਬਿਰਖਾ ਵਿਵਿਧ, ਜਾਂ ਕੇ ਫਲ ਮੀਠੇ ਤਾਂ ਪੈ ਖੱਗ ਚੱਲ ਜਾਤ ਹੈ। ਜੰਗਲ ਦੇ ਵਿੱਚ ਦਰਖਤ ਤੇ ਬਹੁਤ ਸਾਰੇ ਹੁੰਦੇ ਨੇ। ਇਹ ਦੁਨੀਆ ਵੀ ਇੱਕ ਮਹਾ ਭਿਆਨ ਉਦਿਆਨ ਜਿਹੜਾ ਅਸਲ ਦੇ ਵਿੱਚ ਜੰਗਲ ਹੀ ਹੈ। ਇਹਦੇ ਵਿੱਚ ਕੋਈ ਸਰੀਰ ਪੈਦਾ ਹੁੰਦਾ ਜਿਹਦੇ ਅੰਦਰ ਹਿਊਮਨ ਵੈਲਿਊਜ਼ ਜਾਗ ਪੈਂਦੀਆਂ ਨੇ, ਜਿਹਨੂੰ ਰਿਅਲਾਈਜ਼ ਹੁੰਦਾ ਵੀ ਅਸਲ ਦੇ ਵਿੱਚ ਧਰਮ ਦੇ ਮੁਤਾਬਕ ਚੱਲਣਾ ਬੜਾ ਜ਼ਰੂਰੀ ਹੈ ਤੇ ਆਪਣੇ ਸਾਰੇ ਇਮੋਸ਼ਨਸ ਦੇ ਉੱਤੇ ਵਿਕਾਰਾਂ ਤੇ ਕੰਟਰੋਲ ਕਰਕੇ ਆਪਣੀ ਸਾਰੀ એનર્ਜੀ ਨੂੰ ਮਨੁੱਖਤਾ ਦੀ ਭਲਾਈ, ਰੱਬ ਦੀ ਬੰਦਗੀ, ਉਹਦੇ ਗੁਣਾਂ ਨੂੰ ਇੰਜੋਏ ਕਰਨ ਦੇ ਉੱਤੇ ਲਾ ਦਿੰਦਾ ਹੈ ਤੇ ਉਹਦੇ ਅੰਦਰ ਵਿਹਾਰ ਦੀ ਮਿਠਾਸ ਪੈਦਾ ਹੋ ਜਾਂਦੀ ਹੈ। ਉਹਦੀ ਜਿਹੜੀ ਲਾਈਫ ਹੈ ਉਹ ਫਰੂਟਫੁਲ ਹੁੰਦੀ ਹੈ। ਤੇ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਸਰੀਰ ਕਰਕੇ ਜਨਮ ਪਾਹੂਵਿੰਡ ਦੀ ਧਰਤੀ ਦੇ ਉੱਤੇ ਹੁੰਦਾ ਹੈ, ਉਹਨਾਂ ਦੇ ਸਤਿਕਾਰਯੋਗ ਮਾਤਾ ਜਿਉਣੀ ਜੀ ਤੇ ਪਿਤਾ ਭਾਈ ਭਗਤਾ ਜੀ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਅੰਮ੍ਰਿਤ ਦੀ ਦਾਤ ਮਿਲਦੀ ਤੇ ਸਿੰਘ ਤੇ ਕੌਰ ਦਾ ਵੀ ਨਾਂ ਉਹਨਾਂ ਦੇ ਨਾਲ ਜੁੜਿਆ, ਹਿਸਟੋਰੀਅਨ ਨੇ ਜ਼ਿਕਰ ਕੀਤਾ ਹੈ। ਤੇ ਬਚਪਨ ਦਾ ਨਾਂ ਜਿਹੜਾ, ਕਿਉਂਕਿ 26 ਜਨਵਰੀ 1682 ਨੂੰ ਉਹਨਾਂ ਦਾ ਸਰੀਰ ਕਰਕੇ ਜਨਮ ਹੋਇਆ ਸੀ। ਗੁਰਸਿੱਖੀ ਦੇ ਵਿੱਚ ਜਨਮ ਹੋਣ ਕਰਕੇ, ਕਿਉਂਕਿ ਪਰਿਵਾਰ ਗੁਰੂ ਘਰ ਦੇ ਨਾਲ ਜੁੜਿਆ ਹੋਇਆ ਸੀ, ਉਹਨਾਂ ਦਿਨਾਂ ਦੇ ਵਿੱਚ ਬਾਣੀ ਦੀਆਂ ਪੋਥੀਆਂ ਵੀ ਬਹੁਤੀਆਂ ਅਵੇਲੇਬਲ ਨਹੀਂ ਸੀ ਹੁੰਦੀਆਂ। ਆਮ ਕਰਕੇ ਧਰਮਸ਼ਾਲਾ ਦੇ ਰਾਹੀਂ ਨੌਲੇਜ ਮਿਲਦਾ ਸੀ ਜਾਂ ਸਿੱਖਾਂ ਕੋਲੋਂ ਗੁਰੂ ਸਾਹਿਬ ਜੀ ਦੀਆਂ ਸਾਖੀਆਂ ਸਿੱਖ ਸੁਣਦੇ ਸਨ। ਜ਼ਿਆਦਾਤਰ ਹਰ ਸਿੱਖ ਦੇ ਮਨ ਦੇ ਅੰਦਰ ਹੁੰਦਾ ਸੀ, ਕਿਉਂਕਿ ਗੁਰੂ ਸਰੀਰ ਦੇ ਵਿੱਚ ਵਿਚਰ ਰਿਹਾ ਤੇ ਜਿੱਥੇ ਵੀ ਗੁਰੂ ਹੈ ਵੱਧ ਤੋਂ ਵੱਧ ਚੱਲ ਕੇ ਉਹਦੇ ਦੀਦਾਰ ਕਰਕੇ ਕੁਝ ਸਮਾਂ ਜਿਹੜਾ ਉੱਥੇ ਬਤੀਤ ਕੀਤਾ ਜਾਏ। ਇਸ ਤਰ੍ਹਾਂ ਜਿਹੜਾ ਸਿੱਖੀ ਧਾਰਨ ਕਰਨੀ ਪੈਂਦੀ ਸੀ। ਅੱਜ ਤਾਂ ਹਰ ਥਾਵਾਂ ਦੇ ਉੱਤੇ ਸਾਡੇ ਕੋਲ ਗੁਰਦੁਆਰੇ ਅਵੇਲੇਬਲ ਨੇ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸਾਰੇ ਸਰੂਪ ਨੇ, ਹਰ ਥਾਂ ਤੇ ਜਿਹੜੀ ਅਵੇਲੇਬਿਲਟੀ ਹੈ। ਘਰਾਂ ਦੇ ਵਿੱਚ ਵੀ ਪ੍ਰਕਾਸ਼ ਸਿੱਖਾਂ ਨੇ ਕੀਤੇ ਨੇ, ਬਾਣੀ ਦੀਆਂ ਪੋਥੀਆਂ ਵੀ ਬਹੁਤ ਨੇ। ਉਦੋਂ ਜਿਹੜਾ ਪ੍ਰਚਾਰ ਦਾ ਢੰਗ ਵੀ ਜਿਹੜਾ ਅੱਜ ਵਰਗਾ ਨਹੀਂ ਸੀ। ਅੱਜ ਤਾਂ ਬਹੁਤ ਜ਼ਿਆਦਾ ਸਾਡੇ ਕੋਲ ਚੀਜ਼ਾਂ ਜਿਹੜੀਆਂ ਪਹੁੰਚ ਰਹੀਆਂ ਨੇ, ਹਾਲਾਂਕਿ ਉਹਦਾ ਵੀ ਲੈਵਲ ਥੋੜ੍ਹਾ ਜਿਹਾ ਹੋਰ ਵਧਾਉਣ ਵਾਲਾ ਹੈ। ਤੇ ਉਸ ਸਮੇਂ ਇਸ ਤਰ੍ਹਾਂ ਘਰਾਂ ਦੇ ਵਿੱਚੋਂ ਸਿੱਖੀ ਦੀ ਦਾਤ ਮਿਲਦੀ ਸੀ। ਬਾਣੀ ਦੀਆਂ ਪੋਥੀਆਂ ਵੀ ਇੰਨੀਆਂ ਅਵੇਲੇਬਲ ਨਹੀਂ ਸੀ, ਗੁਟਕੇ ਵੀ ਇੰਨੇ ਜ਼ਿਆਦਾ ਅਵੇਲੇਬਿਲਟੀ ਹੁੰਦੀ ਨਹੀਂ ਸੀ। ਤੇ ਸੁਣ ਸੁਣਾ ਕੇ ਸਿੱਖ ਜਿਹੜੇ ਸਾਡੇ ਬਜ਼ੁਰਗ ਨੇ ਕਈ ਬਾਣੀਆਂ ਕੰਠ ਕਰਿਆ ਕਰਦੇ ਸਨ। ਤੇ ਇਸ ਤਰ੍ਹਾਂ ਘਰ ਦੇ ਵਿੱਚੋਂ ਸਿੱਖੀ ਦੀ ਦਾਤ ਉਹਨਾਂ ਨੂੰ ਮਿਲਣੀ ਸ਼ੁਰੂ ਹੋਈ। ਤੇ ਜਦੋਂ ਕਹਿੰਦੇ ਨੇ 18 ਕੁ ਸਾਲ ਦਾ ਸਮਾਂ ਆਇਆ ਨਾ, ਤੇ ਉਹ 18 ਸਾਲ ਦੀ ਉਮਰ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸੱਚੀ ਸਰਕਾਰ ਦੇ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਦੇ ਪਿਤਾ ਜੀ, ਮਾਤਾ ਜੀ ਤੇ ਨਾਂ ਬਚਪਨ ਤੋਂ ਦੀਪਾ ਸੀ, ਭਾਈ ਦੀਪਾ ਜੀ ਹਜ਼ੂਰ ਦੇ ਚਰਨਾਂ ਦੇ ਵਿੱਚ ਆਏ ਨੇ। ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਨਾ ਵੀ ਜਿੱਥੇ ਫਲ ਮਿੱਠੇ ਲੱਗਣ ਉੱਥੇ ਫਿਰ ਪੰਛੀ ਚੱਲ ਕੇ ਜਾਂਦੇ ਨੇ। ਜ਼ਿੰਦਗੀ ਆਮ ਚੱਲਦੀ ਆਮ ਬੰਦਿਆਂ ਦੀ, ਤੇ ਬਹੁਤੀ ਵਾਰੀ ਮਾਇਆ ਧਾਰੀ ਬੰਦਾ ਬਣ ਕੇ ਨਾ, ਮਾਇਆ ਵੱਲ ਬੰਦੇ ਦਾ ਝੁਕਾਅ ਹੋਣ ਕਰਕੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਇਸ ਤਰ੍ਹਾਂ ਚੱਲਦੀ। ਇੱਕ ਬਹੁਤ ਵੱਡਾ ਫਿਲਾਸਫਰ ਹੋਇਆ ਕਨਫਿਊਸ਼ੀਅਸ,
ਉਹਨੇ ਬੜੇ ਕਮਾਲ ਦੀ ਗੱਲ ਕਹੀ ਹੈ। ਉਹ ਕਹਿੰਦਾ ਵੀ ਹੈਵ ਟੂ ਲਾਈਵਸ, the second one begins when we realize that we only have one। ਸਾਡੇ ਕੋਲ ਦੋ ਜ਼ਿੰਦਗੀਆਂ ਹੁੰਦੀਆਂ ਨੇ, ਇੱਕ ਤੇ ਜਿਹੜੀ ਮਾਂ ਦੀ ਕੁੱਖ ਤੋਂ ਸਾਨੂੰ ਜਨਮ ਮਿਲਦਾ ਤੇ ਆਲਾ ਦੁਆਲਾ ਸਾਨੂੰ ਜਿਵੇਂ ਦਾ ਡਾਟਾ ਦੇ ਦਿੰਦਾ, ਆਪਰੇਟ ਜਿਵੇਂ ਦਾ ਬੰਦਾ ਝੁਕਾ ਹੁੰਦਾ ਉਸ ਤਰ੍ਹਾਂ ਜ਼ਿੰਦਗੀ ਆਮ ਬੰਦਿਆਂ ਤਰ੍ਹਾਂ ਜੀਣੀ ਸ਼ੁਰੂ ਕਰ ਦਿੰਦਾ। ਇੱਕ ਦਿਨ ਸਾਡੀ ਜ਼ਿੰਦਗੀ ਦੇ ਗਿਆਨਵਾਨ ਉਹ ਦਿਨ ਆਉਂਦਾ ਜਦੋਂ ਕਿਸੇ ਮਹਾਂਪੁਰਸ਼ ਦੀ ਮਿਲਾਪ ਹੋਵੇ, ਗੁਰੂ ਦਾ ਮਿਲਾਪ ਹੋਵੇ, ਤੇ ਸਾਨੂੰ ਰਿਅਲਾਈਜ਼ ਹੁੰਦਾ ਵੀ ਸਾਡੇ ਕੋਲ ਕੇਵਲ ਇੱਕ ਹੀ ਲਾਈਫ ਹੈ। ਜਦੋਂ ਗੁਰਬਾਣੀ ਕਹਿੰਦੀ ਨਾ, ਇਹੀ ਤੇਰੇ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਅਬ ਨਾ ਭਜਸ ਭਜਸ ਕਬ ਭਾਈ, ਆਵੈ ਅੰਤ ਨਾ ਭਜਿਆ ਜਾਈ। ਵੀ ਤੁਹਾਡੇ ਕੋਲ ਸਮਾਂ ਬੜਾ ਥੋੜਾ ਹੈ ਤੇ ਇੱਕ ਹੀ ਲਾਈਫ ਹੈ। ਉਦੋਂ ਬੰਦੇ ਦੀ ਜ਼ਿੰਦਗੀ ਦੇ ਵਿੱਚ ਟਰਨਿੰਗ ਪੁਆਇੰਟ ਆਉਂਦਾ ਹੈ। ਵੈਸੇ ਸਾਰਿਆਂ ਨੂੰ ਇਹ ਸੁਣ ਕੇ ਵੀ ਰਿਅਲਾਈਜ਼ ਨਹੀਂ ਹੁੰਦਾ, ਵੀ ਅਸੀਂ ਸੁਣਦੇ ਰਹਿੰਦੇ ਹਾਂ। ਵੈਸੇ ਜਿਹੜੀ ਥਾਂ ਤੇ ਅਸੀਂ ਹੈ ਨਾ, ਕਿਉਂਕਿ ਧਰਤੀ ਤੇ ਜਿਵੇਂ ਜਿਵੇਂ ਸਮਾਂ ਵੱਧਦਾ ਜਾ ਰਿਹਾ, ਮੈਟਰ ਦੀ ਖਿੱਚ ਜ਼ਿਆਦਾ ਵੱਧਦੀ ਜਾ ਰਹੀ ਹੈ। ਉਹਨਾਂ ਜਿਵੇਂ ਬੰਦੇ ਦਾ ਸੁਭਾਅ ਨਾ, ਜਿਵੇਂ ਠਠਿਆਰ ਦੀ ਬਿੱਲੀ ਹੁੰਦੀ ਹੈ। ਆਮ ਘਰ ਦੇ ਵਿੱਚ ਬਿੱਲੀ ਹੋਵੇ ਨਾ, ਕਹਿੰਦੇ ਨੇ ਥੋੜ੍ਹਾ ਜਿਹਾ ਖੜਕਾ ਹੋਵੇ ਤਾਂ ਡਰ ਕੇ ਭੱਜ ਜਾਂਦੀ ਜਾਂ ਉਹ ਅਵੇਅਰ ਹੋ ਜਾਂਦੀ, ਪਰ ਉਹਦਾ ਭਾਂਡਿਆਂ ਦਾ ਕੰਮ ਹੁੰਦਾ ਨਾ, ਜਿਨ੍ਹਾਂ ਦਾ ਜ਼ਿਆਦਾ ਖੜਕਾ ਦੜਕਾ ਕਰਨਾ, ਉਹਦੇ ਘਰ ਦੀ ਬਿੱਲੀ ਨਹੀਂ ਡਰਦੀ। ਉਹਨੂੰ ਪਤਾ ਇਹਦਾ ਰੋਜ਼ ਹੀ ਕੰਮ ਹੈ, ਖੜਕਾ ਦੜਕਾ ਇੱਥੇ ਹੁੰਦਾ ਹੀ ਰਹਿੰਦਾ। ਤੇ ਸੇਮ ਇਸੇ ਤਰ੍ਹਾਂ ਹੁਣ ਜਿਹੜਾ ਸਾਡਾ ਸੁਭਾਅ ਹੈ ਨਾ, ਇਸ ਤਰ੍ਹਾਂ ਦਾ ਬਣਿਆ ਹੋਇਆ ਵੀ ਕਹਿਣ ਵਾਲਿਆਂ ਨੇ ਕਹੀ ਜਾਣਾ। ਪਰ ਉਦੋਂ ਜਿਹੜੇ ਲੋਕ ਅਸਲ ਦੇ ਵਿੱਚ ਬੜਾ ਅਸਰ ਕਰਦੇ ਸਨ ਗੱਲਾਂ ਦਾ। ਤੇ ਜਦੋਂ ਕਿਧਰੇ ਮਹਾਂਪੁਰਸ਼ ਦੀ ਮਿਲਾਪ ਹੁੰਦਾ ਸੀ, ਸੰਗਤ ਮਿਲਦੀ ਹੈ, ਤੇ ਬਾਬਾ ਦੀਪ ਸਿੰਘ ਜੀ ਨੇ ਕਿਹਾ ਵੀ ਜ਼ਿੰਦਗੀ ਦੇ ਵਿੱਚ ਜੇ ਰਸ ਭਰਨਾ ਹੈ ਨਾ, ਫਿਰ ਗੁਰੂ ਤੋਂ ਬਿਨਾਂ ਹੋਰ ਕੋਈ ਥਾਂ ਨਹੀਂ ਹੋ ਸਕਦਾ। ਕਿਉਂਕਿ ਉੱਥੇ ਕੇਵਲ ਬੰਦਾ ਬਾਹਰੋਂ ਨਹੀਂ ਸੀ। ਅੱਜ ਤੇ ਤੁਸੀਂ ਵੇਖੋ ਗੁਰਦੁਆਰਿਆਂ 'ਚ ਕਈ ਵਾਰੀ ਸੰਗਤ ਹੁੰਦੀ ਹੈ, ਤੁਸੀਂ ਬਹੁਤ ਗੁਰਦੁਆਰਿਆਂ 'ਚ ਵੇਖਿਆ ਹੋਏਗਾ, ਕੁਝ ਬੰਦੇ ਜੋੜਿਆਂ 'ਚ ਸੇਵਾ ਕਰ ਰਹੇ ਹੁੰਦੇ ਨੇ, ਕੋਈ ਬੰਦੇ ਜਿਹੜੇ ਲੰਗਰ 'ਚ ਸੇਵਾ ਕਰ ਰਹੇ ਹੁੰਦੇ ਨੇ। ਨੋ ਡਾਊਟ ਵੀ ਇਹ ਸੇਵਾ ਬੜੀ ਮਹਾਨ ਹੈ, ਕਰਨੀ ਚਾਹੀਦੀ ਹੈ। ਪਰ ਉਹਨਾਂ ਦਾ ਜ਼ਿਆਦਾਤਰ ਕਈ ਵਾਰੀ ਸਾਰੀ ਜ਼ਿੰਦਗੀ ਜੋੜਿਆਂ 'ਤੇ ਖੜੇ ਰਹਿੰਦੇ ਨੇ, ਪਰ ਜਪਜੀ ਸਾਹਿਬ ਤੋਂ ਲੈ ਕੇ ਨਾ ਉਹਨੂੰ ਬਾਣੀ ਕੰਠ ਹੁੰਦੀ ਹੈ ਤੇ ਨਾ ਬਾਣੀ ਪੜ੍ਹ ਕੇ ਤੇ ਉਹਦੇ ਅਰਥ ਨੂੰ ਸਮਝਣ ਦਾ ਯਤਨ ਕਰਦੇ ਨੇ। ਇਸੇ ਤਰ੍ਹਾਂ ਤੁਸੀਂ ਵੇਖੋ ਕਈ ਵਾਰੀ ਕਈ ਘੰਟੇ ਬੰਦਾ ਗੁਰਦੁਆਰੇ 'ਚ ਆਉਂਦਾ, ਕਹਿੰਦਾ ਮੈਂ ਸੇਵਾ ਕਰਨਾ, ਤੋ ਬਾਣੀ ਨੂੰ, ਆਈਡੀਓਲੋਜੀ ਨੂੰ ਇਗਨੋਰ ਕਰਦਾ, ਕਿਉਂਕਿ ਸਾਡਾ ਮੌਜੂਦਾ ਗੁਰੂ ਤੇ ਗੁਰੂ ਗ੍ਰੰਥ ਸਾਹਿਬ ਹੀ ਹੈ। ਬਾਣੀ ਦੇ ਰਾਹੀਂ ਹੀ ਸਾਡੀ ਗੁਰੂ ਗ੍ਰੰਥ ਸਾਹਿਬ ਨਾਲ ਗੱਲ ਹੋਣੀ ਹੈ, ਪਰ ਉਹ ਪਰਵਾਹ ਨਹੀਂ ਕਰਦੇ ਬਾਣੀ ਦੀ ਵੀ ਆਪਣੀ ਜ਼ਿੰਦਗੀ ਦੇ ਵਿੱਚ। ਇਸ ਤਰ੍ਹਾਂ ਤੁਸੀਂ ਵੇਖੋ ਕਈ ਵਾਰੀ 70 ਸਾਲ ਹੋ ਜਾਂਦੇ ਨੇ। ਮਸਕੀਨ ਜੀ ਵੀ ਕਹਿੰਦੇ ਹੁੰਦੇ ਸਨ ਵੀ ਕਈ ਵਾਰੀ ਨਾ ਹਾਜ਼ਰੀ ਭਰਦੇ ਨੇ ਲੋਕ ਗੁਰਦੁਆਰੇ ਵੀ, ਤੇ ਉਹ ਕਹਿੰਦੇ ਨੇ 70 ਸਾਲ 80 ਸਾਲ ਬਾਅਦ ਆ ਕੇ ਮੈਨੂੰ ਪੁੱਛਦੇ ਨੇ, ਮਸਕੀਨ ਜੀ ਨਾਮ ਕਿਵੇਂ ਜਪਿਆ ਕਰੀਏ। ਤੇ ਕਹਿੰਦਾ ਮੈਂ ਉਹਨਾਂ ਨੂੰ ਪੁੱਛਣਾ ਵੀ ਤੁਸੀਂ ਹੁਣ ਤੱਕ ਕੀ ਕਰਦੇ ਰਹੇ। ਵੀ ਜੇ 70 ਸਾਲ ਆ ਕੇ ਵੀ ਬੰਦੇ ਕੋਲੋਂ ਜਿਹੜਾ ਬੇਸਿਕ ਕਨਸੈਪਟ ਹੀ ਕਲੀਅਰ ਨਹੀਂ ਹੋ ਰਹੇ, ਤੇ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਸਾਡਾ ਜੀਵਨ ਹੈ। ਇਸ ਕਰਕੇ ਇੱਕ ਵਿਦਵਾਨ ਨੇ ਕਿਹਾ ਵੀ ਕਈ ਬੰਦੇ ਨਾ ਗਿੱਲੀ ਲੱਕੜ ਵਰਗੇ ਹੁੰਦੇ ਨੇ ਧਾਰਮਿਕ ਸਥਾਨ ਦੇ ਉੱਤੇ ਆਉਣ ਵਾਲੇ, ਵੀ ਉਹ ਕਈ ਵਾਰੀ ਧੂਆਂ ਜ਼ਿਆਦਾ ਪੈਦਾ ਕਰਦੀ ਹੈ ਤੇ ਨਿੱਘ ਕੁਛ ਨਹੀਂ ਦਿੰਦੀ, ਦੂਜੇ ਦੀਆਂ ਅੱਖਾਂ ਵੀ ਖਰਾਬ ਹੁੰਦੀਆਂ, ਲੰਗਸ ਦੀ ਵੀ ਪ੍ਰੋਬਲਮ ਪੈਦਾ ਹੋ ਜਾਏ ਦੂਜੇ ਦੇ ਅੰਦਰ, ਪਰ ਅਸਲ ਦੇ ਵਿੱਚ ਉਹ ਨਿੱਘ ਨਹੀਂ ਦਿੰਦੀ ਤੇ ਨਾ ਕੰਮ ਆਉਂਦੀ। ਕੁਝ ਲੱਕੜਾਂ ਇਹੋ ਜਿਹੀਆਂ ਹੁੰਦੀਆਂ ਤੇ ਜਿਹੜੀਆਂ ਬਲਦੀਆਂ ਨਾ, ਜਿਹਦੇ ਬਾਰੇ ਗੁਰੂ ਸਾਹਿਬ ਜੀ ਨੇ ਵੀ ਕਿਹਾ ਬ੍ਰਹਮ ਅਗਨ ਤਨ ਜਾਰੀ ਰਹੇ। ਬ੍ਰਹਮ ਦੀ ਜਿਨ੍ਹਾਂ ਨੂੰ ਅਗਨ ਲੱਗ ਜਾਏ, ਅੱਗ ਲੱਗ ਜਾਏ, ਉਹਨਾਂ ਦੇ ਅੰਦਰ ਰੱਬ ਦੇ ਖੂਬੀਆਂ ਨੂੰ ਜਾਣਨ ਤੇ ਰੱਬ ਦੇ ਨਾਲ ਪ੍ਰੇਮ ਕਰਨ ਦਾ ਸ਼ੌਂਕ ਪੈਦਾ ਹੋ ਜਾਂਦਾ। ਉਹ ਫਿਰ ਆਪਣੀ ਜ਼ਿੰਦਗੀ ਨੂੰ ਲਾ ਦਿੰਦੇ ਨੇ ਪੂਰੇ ਜਿਹੜੇ ਪੈਸ਼ਨ ਦੇ ਵਿੱਚ ਆ ਕੇ ਧਰਮ ਦੇ ਉੱਤੇ ਸਮਰਪਿਤ ਹੋ ਜਾਂਦੇ ਨੇ। ਬਾਬਾ ਜੀ ਦਾ ਵੀ ਇਸੇ ਤਰ੍ਹਾਂ ਦਾ ਹੀ ਜੀਵਨ ਸੀ। ਜਦੋਂ ਉਹਨਾਂ ਨੇ ਵੇਖਿਆ ਕਿ ਰੋਜ਼ ਸਿੱਖ ਬਾਣੀ ਪੜ੍ਹਦੇ ਨੇ, ਗੁਰੂ ਸਾਹਿਬ ਤਕਰੀਰ ਕਰਦੇ ਨੇ, ਪੋਲੀਟੀਕਲ ਕੀ ਹੋ ਰਿਹਾ ਉਹਨੂੰ ਇਗਨੋਰ ਨਹੀਂ ਕੀਤਾ ਜਾਂਦਾ। ਔਰੰਗਜ਼ੇਬ ਨੇ ਅੱਜ ਕਿਹੜਾ ਪਿੰਡ ਜਾੜਿਆ, ਪਹਾੜੀ ਰਾਜਿਆਂ ਦੀ ਕਿਹੜਾ ਭੇਟਾ ਚੜ੍ਹ ਕੇ ਕਈਆਂ ਦੀ ਇੱਜ਼ਤਾਂ ਨੂੰ ਹੱਥ ਪਿਆ, ਉੱਥੇ ਉਹਨਾਂ ਦੀਆਂ ਵਿਚਾਰਾਂ ਹੁੰਦੀਆਂ ਰੋਜ਼, ਜਿਹੜਾ ਗੁਰੂ ਸਾਹਿਬ ਜੀ ਦੇ ਦਰਬਾਰ ਦੇ ਵਿੱਚ ਵੀ ਅੱਜ ਕਿਹੜੀ ਥਾਂ ਦੇ ਉੱਤੇ ਧੀ ਭੈਣ ਦੀ ਇੱਜ਼ਤ ਨੂੰ ਖਤਰਾ ਪਿਆ ਹੈ। ਤੇ ਕਈ ਵਾਰੀ ਆਪਣੇ ਪੁੱਤਰਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਜੀ, ਬਾਬਾ ਅਜੀਤ ਸਿੰਘ ਜੀ ਵਰਗਿਆਂ ਦੀ ਤੁਹਾਨੂੰ ਹਿਸਟਰੀ ਪਤਾ,
ਤੇ ਗੁਰੂ ਸਾਹਿਬ ਜੀ ਉੱਥੇ ਹਰ ਦੁਖੀਏ ਦਾ ਦੁੱਖ ਦੂਰ ਕਰ ਰਹੇ ਨੇ। ਤੇ ਇੱਕ ਵਧੀਆ ਪੋਲੀਟੀਕਲ ਤੇ ਸੋਸ਼ਲ ਸਿਸਟਮ ਕਿਵੇਂ ਦਿੱਤਾ ਜਾ ਸਕਦਾ ਹੈ ਤਾਂ ਕਿ ਇਹ ਸਾਰੇ ਲੋਕ ਜਿਹੜੇ ਸੁਖੀ ਹੋ ਜਾਣ। ਇਹ ਜਿਹੜੀ ਲੰਮੀ ਚੌੜੀ ਵਿਚਾਰ ਤੇ ਇਹਨੂੰ ਸਮਰਪਿਤ ਜੀਵਨ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਜਿਹੜਾ ਵੇਖਦੇ ਨੇ। ਤੇ ਇਸ ਕਰਕੇ ਜਿਹੜਾ ਬਾਬਾ ਦੀਪ ਸਿੰਘ ਜੀ ਜਦੋਂ ਕੁਝ ਦਿਨ ਰਹਿੰਦੇ ਨੇ ਨਾ, ਉਹਨਾਂ ਨੂੰ ਲੱਗਦਾ ਵੀ ਅੱਜ ਮੇਰੀ ਜ਼ਿੰਦਗੀ ਦਾ ਟਰਨਿੰਗ ਪੁਆਇੰਟ ਸ਼ੁਰੂ ਹੋ ਗਿਆ। ਅੱਜ ਜਿਹੜਾ ਇਸ ਤੋਂ ਵਧੀਆ ਫਲਸਫਾ ਨਹੀਂ ਮਿਲ ਸਕਦਾ ਮੈਨੂੰ ਜ਼ਿੰਦਗੀ ਜਿਉਣ ਦਾ। ਤੇ ਉਸ ਦਿਨ ਤੋਂ ਉਹਨਾਂ ਦੇ ਮਾਤਾ ਪਿਤਾ ਨੂੰ ਵੀ, ਤੇ ਹਿਸਟੋਰੀਅਨ ਨੇ ਜਿਵੇਂ ਹਿਸਟਰੀ ਲਿਖੀ ਹੈ ਨਾ, ਉਹ ਕਹਿੰਦੇ ਨੇ ਕੁਝ ਦਿਨ ਬਤੀਤ ਕਰਨ ਤੋਂ ਬਾਅਦ, ਕਿਉਂਕਿ ਸੰਗਤ ਵੈਸੇ ਤੇ ਕਈ ਦਿਨਾਂ ਤੋਂ ਜਿਹੜੇ ਸਫ਼ਰ ਕਰਕੇ ਲੋਕ ਹੁੰਦੇ ਸਨ, ਫਿਰ ਇਹ ਨਹੀਂ ਸੀ ਵੀ ਆ ਕੇ ਤੇ ਮੱਥਾ ਟੇਕ ਕੇ ਜਿਹੜਾ, ਕਿਉਂਕਿ ਗੁਰਦੁਆਰੇ ਦੇ ਵਿੱਚ ਨਾ ਕਈ ਵਾਰੀ ਬੰਦਾ ਕਹਿੰਦਾ ਆਈਏ ਗੁਰਦੁਆਰੇ ਮੱਥਾ ਟੇਕੀਏ ਤੇ ਹਾਜ਼ਰੀ ਲੱਗ ਗਈ, ਆਮ ਕਰਕੇ ਅੱਜ ਇਸੇ ਤਰ੍ਹਾਂ ਹੀ ਹੁੰਦੇ ਆ। ਮਾਫ ਕਰਨਾ, ਕਿਸੇ ਹੋਰ ਧਾਰਮਿਕ ਸਥਾਨ ਤੇ ਤੁਸੀਂ ਜਾਓ, ਤੁਹਾਨੂੰ ਕਹਿਣਗੇ ਟੱਲ ਖੜਕਾ ਦਿਓ ਤੇ ਮੱਥਾ ਟੇਕ ਦਿਓ, ਤੁਹਾਡੀ ਹਾਜ਼ਰੀ ਲੱਗ ਗਈ। ਪਰ ਗੁਰਦੁਆਰੇ ਨਹੀਂ ਹਾਜ਼ਰੀ ਲੱਗਦੀ ਇਸ ਤਰ੍ਹਾਂ। ਗੁਰਦੁਆਰੇ ਬਹਿ ਕੇ ਬਾਣੀ ਸੁਣਨਾ ਪਏਗਾ, ਸਮਝਣੀ ਪਏਗੀ, ਜੀਵਨ ਦੇ ਵਿੱਚ ਉਤਾਰਨ ਦੇ ਲਈ ਯਤਨ ਕਰਨੇ ਪੈਣਗੇ। ਸਾਰੀ ਜ਼ਿੰਦਗੀ ਬੰਦਾ ਬਾਣੀ ਪੜ੍ਹਦਾ ਵੀ ਰਹੇ ਨਾ, ਜੇ ਮੰਨਦਾ ਨਹੀਂ ਤੇ ਗੁਰਬਾਣੀ ਇਹ ਨਹੀਂ ਕਹਿੰਦੀ ਵੀ ਉਹ ਬੜਾ ਮਹਾਂਪੁਰਸ਼ ਬਣ ਗਿਆ। ਗੁਰੂ ਸਾਹਿਬ ਜੀ ਸਾਫ਼ ਗੱਲ ਕਹਿੰਦੇ ਨੇ, ਹਜ਼ੂਰ ਕਹਿੰਦੇ ਨੇ ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਂ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ, ਜਿਹਨੇ ਸੱਚ ਸੱਚ ਕਰਕੇ ਮੰਨੀ। ਗੁਰੂ ਸਾਹਿਬ ਜੀ ਇੱਥੇ ਆਉਣ ਵਾਲਾ, ਫਿਰ ਬੰਦਾ ਮੱਥਾ ਟੇਕਦਾ ਰਹੇ। ਮੱਥਾ ਟੇਕਣਾ ਇੱਕ ਨਮਸਕਾਰ ਨੂੰ ਵੀ ਭਗਤੀ ਮੰਨਿਆ ਗਿਆ ਸੀ ਹਿੰਦੁਸਤਾਨ 'ਚ। ਤੁਸੀਂ ਵੇਖੋ ਹਿੰਦੁਸਤਾਨ ਦੇ ਕਲਚਰ 'ਚ ਮੱਥਾ ਟੇਕਣਾ ਇੱਕ ਰਿਸਪੈਕਟ ਹੈ, ਜਿਹੜੀ ਅਸੀਂ ਰੱਬ ਨੂੰ ਵੀ ਉਸ ਤਰ੍ਹਾਂ ਗੁਰੂ ਸਾਹਿਬ ਨੂੰ ਆਪਣਾ ਰਾਜਾ ਕਿੰਗ ਸਮਝ ਕੇ ਬਾਓ ਡਾਊਨ ਕਰਨੇ ਆ ਉਹਨਾਂ ਦੇ ਸਾਹਮਣੇ। ਪਰ ਗੁਰੂ ਸਾਹਿਬ ਜੀ ਇਹ ਵੈਸਟਰਨ ਕਲਚਰ ਦੇ ਵਿੱਚ ਇਸ ਤਰ੍ਹਾਂ ਮੱਥਾ ਨਹੀਂ ਟੇਕਿਆ ਜਾਂਦਾ। ਹਾਲਾਂਕਿ ਪੁਰਾਣੇ ਰਾਜੇ ਤੇ ਗੋਡਿਆਂ ਭਰਨੇ ਬੰਦੇ ਨੂੰ ਲਾ ਦਿੰਦੇ ਸੀ ਆਪਣੇ ਦਰਬਾਰਾਂ 'ਚ, ਪਰ ਅੱਜ ਤੇ ਜਿਵੇਂ ਡੈਮੋਕ੍ਰੇਸੀ, ਹਰ ਬੰਦੇ ਦੀ ਰਿਸਪੈਕਟ ਹੈ, ਡਿਗਨਿਟੀ, ਇਹ ਬੰਦੇ ਨੇ ਅਸੂਲ ਘੜ ਲਏ ਨੇ। ਇੱਥੇ ਰਾਸ਼ਟਰਪਤੀ ਵੀ ਹੱਥ ਮਿਲਾ ਕੇ ਹੈਂਡਸ਼ੇਕ ਤੇ ਕਰਦਾ, ਪਰ ਬੰਦਾ ਉਸ ਤਰ੍ਹਾਂ ਤੇ ਨਹੀਂ ਜਿਵੇਂ ਪੁਰਾਣੇ ਰਾਜਿਆਂ ਦੇ ਕੋਲ ਜਿਹੜਾ ਪੇਸ਼ ਹੁੰਦਾ ਸੀ, ਉਸ ਤਰ੍ਹਾਂ ਨਹੀਂ ਹੁੰਦਾ। ਸਾਨੂੰ ਕਈ ਵਾਰੀ ਜਿਹੜਾ ਅਸਲ ਦੇ ਵਿੱਚ ਇਸ ਤਰ੍ਹਾਂ ਵੀ ਸ਼ੋਵਨਿਜ਼ਮ ਵੀ ਸਾਡਾ ਕਲਚਰ ਬੈਟਰ ਹੈ ਤੇ ਦੂਜੇ ਮੱਥਾ ਨਹੀਂ ਟੇਕਦੇ, ਉਹ ਰਿਸਪੈਕਟ ਨਹੀਂ ਕਰਦੇ, ਇਸ ਤਰ੍ਹਾਂ ਨਹੀਂ ਸੋਚਣਾ ਚਾਹੀਦਾ। ਉਹਨਾਂ ਦਾ ਆਪਣਾ ਸਤਿਕਾਰ ਕਰਨ ਦਾ ਢੰਗ ਹੈ। ਮੈਂ ਅਰਜ਼ ਕਰ ਰਿਹਾ ਸੀ, ਇੱਥੇ ਗੁਰੂ ਸਾਹਿਬ ਜੀ ਕਹਿੰਦੇ ਨੇ ਸੀਸ ਨਿਵਾਇਆ ਕਿਆ ਥੀਏ ਜਾਂ ਰਿਦਾ ਕਸੁੱਦੇ ਜਾਹੇ। ਇਸ ਕਰਕੇ ਨਾ ਤੁਸੀਂ ਵੇਖੋ ਬਾਬਾ ਜੀ ਨੇ ਜਦੋਂ ਸ਼ੁਰੂ ਕੀਤਾ ਨਾ ਆਪਣਾ ਕੰਮ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ, ਉਹਨਾਂ ਦੀ ਲਗਾਤਾਰ ਜਿਹੜੀ ਟ੍ਰੇਨਿੰਗ ਹੋਣੀ ਸ਼ੁਰੂ ਹੋਈ ਹੈ, ਬਾਣੀ ਦੀ ਟ੍ਰੇਨਿੰਗ ਹੋਈ ਹੈ। ਵੱਖ-ਵੱਖ ਭਾਸ਼ਾਵਾਂ ਉਹਨਾਂ ਨੇ ਜਿਹੜੀਆਂ ਸਿੱਖੀਆਂ ਨੇ, ਉੱਥੋਂ ਫਾਰਸੀ ਦੀ ਟ੍ਰੇਨਿੰਗ ਗੁਰੂ ਸਾਹਿਬ ਜੀ ਦੇ ਕੋਲ, ਕਿਉਂਕਿ ਅਸੀਂ 52 ਕਵੀ ਕੇਵਲ ਜ਼ਿਕਰ ਕਰਨੇ ਆ। ਪਿਆਰਾ ਸਿੰਘ ਪਦਮ ਜੀ ਨੇ ਜ਼ਿਕਰ ਕੀਤਾ ਵੀ 250 ਤੋਂ ਵੱਧ ਵਿਦਵਾਨ ਸਨ। ਇੱਕ ਸਮਝ ਲਓ ਅੱਜ ਦੇ ਸਮੇਂ ਵੇਖੋ ਯੂਨੀਵਰਸਿਟੀ ਤੋਂ ਵੱਧ ਕੰਮ ਜਿਹੜਾ ਸਾਹਿਤ ਦਾ, ਲਿਟਰੇਚਰ ਦਾ, ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਸੀ। ਤੇ ਉੱਥੇ ਉਹਨਾਂ ਨੂੰ ਵੱਖ-ਵੱਖ ਭਾਸ਼ਾਵਾਂ, ਜਿਹਦੇ 'ਚ ਗੁਰਮੁਖੀ, ਉਰਦੂ, ਹੋਰ ਜਿਹੜੀਆਂ ਭਾਸ਼ਾਵਾਂ, ਜਿਹੜੀ ਬ੍ਰਜ ਭਾਸ਼ਾ, ਹਿੰਦੀ ਵਗੈਰਾ, ਉਹਨਾਂ ਨੂੰ ਸਿੱਖਣ ਦਾ ਜਿਹੜਾ ਮੌਕਾ ਮਿਲਿਆ। ਇਹ ਗੁਰੂ ਸਾਹਿਬ ਜੀ ਨੇ ਟ੍ਰੇਨਿੰਗ ਜਿਹੜੀ ਦੇਣੀ ਸ਼ੁਰੂ ਕੀਤੀ ਆਪਣੀ ਜਿਹੜੀ ਹਜ਼ੂਰੀ ਦੇ ਵਿੱਚ ਬਾਬਾ ਦੀਪ ਸਿੰਘ ਜੀ ਨੂੰ। ਫਿਰ ਗੁਰੂ ਸਾਹਿਬ ਜੀ ਦੀ ਇਹਦੇ ਨਾਲ ਹਥਿਆਰਾਂ ਦੀ ਟ੍ਰੇਨਿੰਗ ਸੀ। ਤੁਹਾਨੂੰ ਪਤਾ ਅੱਜ ਵੀ ਜਿਹੜੇ ਕੰਟਰੀ, ਖਾਸ ਕਰਕੇ ਇਜ਼ਰਾਈਲ ਹੈ, ਨਾਰਵੇ ਹੈ ਜਾਂ ਸਾਊਥ ਕੋਰੀਆ, ਹੋਰ ਜਿਹੜੇ ਕੰਟਰੀਜ਼ ਦੇ ਵਿੱਚ ਗਿਣਤੀ ਥੋੜ੍ਹੀ ਜਿਹੀ ਘੱਟ ਹੈ, ਉੱਥੇ ਹਰ ਬੰਦੇ ਲਈ ਤੇ ਔਰਤ ਲਈ ਮਿਲਟਰੀ ਦੀ ਟ੍ਰੇਨਿੰਗ ਬੜੀ ਜ਼ਰੂਰੀ ਹੈ। ਤੇ ਸਿੱਖ ਵੀ ਉਦੋਂ, ਅੱਜ ਅਸੀਂ ਭਾਵੇਂ ਕਈ ਵਾਰੀ ਗੱਲਾਂ ਤੇ ਜ਼ਰੂਰ ਕਰ ਦਿੰਦੇ ਹਾਂ ਵੀ ਹਿਸਟੋਰੀਕਲੀ ਵੀ ਜਦੋਂ ਗੁਰੂ ਸਾਹਿਬ ਜੀ ਨੇ ਅੰਮ੍ਰਿਤ ਛਕਾਇਆ 80,000 ਬੰਦਿਆਂ ਨੇ ਅੰਮ੍ਰਿਤ ਛਕਿਆ, ਅਸੀਂ ਸੁਣਨੇ ਆ ਨਾ। ਪਰ ਮੈਦਾਨੇ ਜੰਗ ਦੇ ਵਿੱਚ ਜਦੋਂ ਹਥਿਆਰ ਫੜ ਕੇ ਲੜਦੇ ਨੇ ਨਾ, ਤੇ ਗੁਰੂ ਸਾਹਿਬ ਨਾਲ ਕਿਧਰੇ 40 ਸਿੰਘ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ, ਫਿਰ 40 ਸਿੰਘ ਜਿਹੜਾ ਅਸਲ ਦੇ ਵਿੱਚ ਮੁਕਤਸਰ ਦਾ ਧਰਤੀ ਦੇ ਉੱਤੇ ਜੰਗ ਲੜ ਰਹੇ ਨੇ, ਤੇ ਕਿਧਰੇ ਵੀ 10-20 ਹਜ਼ਾਰ ਬੰਦਾ ਇਕੱਠਾ ਤੁਹਾਨੂੰ ਜੰਗ ਕਰਦਿਆਂ ਨਹੀਂ ਦਿਸਦਾ ਉੱਥੇ।
ਵੀ ਪੰਜਾਬ ਦੀ ਧਰਤੀ ਤੋਂ, ਵੀ ਗੁਰੂ ਸਾਹਿਬ ਵੱਲੋਂ 10,000 ਜਾਂ 15,000 ਜਾਂ 20,000 ਸਿੰਘ ਹੋਣ ਤੇ ਇਸ ਤਰ੍ਹਾਂ ਨਹੀਂ ਤੁਹਾਨੂੰ ਲੱਗੇਗਾ। ਉਹਦਾ ਕਾਰਨ ਇਹ ਹੈ ਕਿ ਅਸਲ ਦੇ ਵਿੱਚ ਗੁਰੂ ਸਾਹਿਬ ਨੇ ਅੰਮ੍ਰਿਤ ਛਕਣਾ ਜਿਨ੍ਹਾਂ ਲਈ ਕੰਪਲਸਰੀ ਤਿਆਰ ਕੀਤਾ, ਕਿਉਂਕਿ ਉਦੋਂ ਵਿਰਲੀ ਗਿਣਤੀ ਵੀ ਘੱਟ ਹੁੰਦੀ ਸੀ ਲੋਕਾਂ ਦੀ, ਤੇ ਜਿਹੜੇ ਆਉਂਦੇ ਸਨ ਅੰਮ੍ਰਿਤ ਛਕਦੇ ਸਨ ਖਾਸ ਕਰਕੇ, ਉਹਨਾਂ ਲਈ ਹਥਿਆਰਾਂ ਦੀ ਟ੍ਰੇਨਿੰਗ ਜਿਹੜੀ ਬੜੀ ਜ਼ਰੂਰੀ ਹੁੰਦੀ ਸੀ, ਤੇ ਬਕਾਇਦਾ ਬੀਬੀਆਂ ਨੂੰ ਵੀ ਟ੍ਰੇਨਿੰਗ, ਕਿਉਂਕਿ ਕੱਲਾ ਕਿਰਪਾਨ ਫੜ ਕੇ ਪਾ ਲੈਣ ਦਾ ਤੇ ਕੋਈ ਜਿਹੜੀ ਉਹਦਾ ਅਰਥ ਨਹੀਂ ਸੀ। ਅੱਜ ਭਾਵੇਂ ਸਾਡੇ ਕੋਲ ਕਿਉਂਕਿ ਜਿਹੜਾ ਬਾਹਰ ਜਿਹੜਾ ਸਿਸਟਮ ਹੋਰ ਤਰੀਕੇ ਦਾ ਉਸਾਰ ਲਿਆ, ਬੰਦਾ ਰੋਜ਼ ਟ੍ਰੇਨਿੰਗ ਨਹੀਂ ਲੈਂਦਾ ਉਸ ਤਰੀਕੇ ਦੀ। ਹਾਲਾਂਕਿ ਅੱਜ ਵੀ ਜੇ ਅਸੀਂ ਸਿੱਖ ਨੇਸ਼ਨ ਦੀ ਕੋਈ ਗੱਲ ਕਰਦਾ ਹੈ ਨਾ, ਫਿਰ ਸਾਡੀ ਕੌਮ ਨੂੰ ਕੰਪਲਸਰੀ ਕਰਨਾ ਚਾਹੀਦਾ ਵੀ ਹਰ ਬੱਚਾ ਬੱਚੀ ਜਿਹੜੀ ਮੁੱਢਲੀ ਏਜ ਜਿਹੜੀ ਹਥਿਆਰ ਦੀ ਟ੍ਰੇਨਿੰਗ ਜਿਹੜੀ ਜ਼ਰੂਰ ਜਿਹੜੀ ਲਏ। ਜਦੋਂ ਅਸੀਂ ਆਪਣੀ ਵੱਖਰੀ ਆਈਡੈਂਟੀਟੀ ਦੀ ਗੱਲ ਕਰਦੇ ਹਾਂ ਜਾਂ ਸਿੱਖੀਜ਼ਮ ਦੀ ਗੱਲ ਕਰਦੇ ਹਾਂ, ਬਾਬਾ ਦੀਪ ਸਿੰਘ ਜੀ ਨੂੰ ਉਸ ਤਰੀਕੇ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਟ੍ਰੇਨਿੰਗ ਦੇਣੀ ਸ਼ੁਰੂ ਕੀਤੀ ਹੈ। ਘੋੜਸਵਾਰੀ ਦੀ ਟ੍ਰੇਨਿੰਗ ਹੁੰਦੀ ਹੈ ਜਿੰਨੀ ਆਰਮੀ 'ਚ। ਅਸੀਂ ਅੱਜ ਵਾਰੀ ਕਈ ਵਾਰੀ ਕੁਝ ਗੱਲਾਂ ਨੇ ਨਾ ਸਾਨੂੰ ਜਿਹੜੀਆਂ ਆਮ ਜੀਆਂ ਲੱਗਦੀਆਂ ਨੇ, ਜਿਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਿਕਾਰ ਖੇਡਣਾ ਆਮ ਲੱਗਦਾ, ਉਹਦਾ ਕਾਰਨ ਸੀ ਸ਼ਿਕਾਰ ਖੇਡਣ ਦੇ ਲਈ ਘੰਟਿਆਂ ਬੱਧੀ ਆਰਮੀ ਨੂੰ ਨਾਲ ਭੱਜਣਾ ਪੈਂਦਾ ਸੀ, ਉਹਨਾਂ ਦੀ ਜਿਹੜੀ ਟ੍ਰੇਨਿੰਗ ਹੁੰਦੀ ਸੀ। ਅੱਜ ਵੀ ਤੁਸੀਂ ਵੇਖੋ ਨਾ, ਮਰਦ ਔਰਤਾਂ ਦੀ ਫਿਜ਼ੀਕਲੀ ਅਪੀਅਰੈਂਸ ਦੇ ਵਿੱਚ ਜਿਹੜਾ ਫਰਕ ਹੈ ਨਾ, ਜੇ ਐਂਥਰੋਪੋਲੋਜੀ ਤੁਸੀਂ ਪੜ੍ਹੋ ਹਿਊਮਨ ਹਿਸਟਰੀ, ਤੇ ਉਹਦਾ ਕਾਰਨ ਹੈ ਵੀ ਜਦੋਂ ਔਰਤਾਂ ਨੇ ਘਰ ਦੇ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ, ਮਰਦਾਂ ਨੇ ਬਾਹਰ ਜਾ ਕੇ ਸ਼ਿਕਾਰ ਖੇਡਣਾ ਸ਼ੁਰੂ ਕੀਤਾ, ਉਹਨਾਂ ਦੇ ਸਰੀਰ ਜਿਹੜੇ ਉਸ ਤਰੀਕੇ ਦੇ ਨਾਲ ਜਿਹੜੇ ਪਾਵਰਫੁਲ ਹੋਏ। ਨਹੀਂ ਤੇ ਜੇ ਕਿਧਰੇ ਪ੍ਰੀ ਹਿਸਟਰੀ ਈਰਾ ਜਿਹੜਾ ਹੰਟਿੰਗ ਈਰਾ ਖਾਸ ਕਰਕੇ ਜਦੋਂ ਬੰਦਾ ਜੰਗਲਾਂ 'ਚ ਰਹਿੰਦਾ, ਉਦੋਂ ਔਰਤਾਂ ਦੇ ਵੀ ਸਰੀਰ ਸਟਰੋਂਗ ਨੇ, ਉਦੋਂ ਜਿਹੜੇ ਤੁਸੀਂ ਜ਼ਿਆਦਾਤਰ ਜਿਹੜੇ ਹਿਸਟੋਰੀਅਨ ਬਿਆਨ ਕਰਦੇ ਨੇ। ਕਹਿਣ ਤੋਂ ਮੁਰਾਦ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ ਉਸ ਤਰੀਕੇ ਦੀ ਔਰਤ ਮਰਦ ਦੋਵਾਂ ਦੇ ਲਈ ਟ੍ਰੇਨਿੰਗ ਸ਼ੁਰੂ ਕੀਤੀ। ਇਹ ਮੈਂ ਐਗਜ਼ਾਮਪਲ ਦਿੱਤੀ ਹੈ ਤੁਹਾਡੇ ਸਾਹਮਣੇ। ਤੇ ਗੁਰੂ ਸਾਹਿਬ ਜੀ ਨੇ ਉੱਥੇ ਜਿਹੜੀ ਟ੍ਰੇਨਿੰਗ ਦਿੱਤੀ, ਬਾਬਾ ਦੀਪ ਸਿੰਘ ਜੀ ਨੇ ਟ੍ਰੇਨਿੰਗ ਲੈਣੀ ਸ਼ੁਰੂ ਕੀਤੀ। ਕੁਝ ਜਿਹੜਾ ਸਾਲ ਇੱਥੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਉਹਨਾਂ ਨੇ ਬਤੀਤ ਕੀਤੇ ਨੇ ਲਗਾਤਾਰ। ਤੇ ਸਨ ਜਿਹੜਾ 1703, ਕਿਉਂਕਿ ਅਸਲ ਦੇ ਵਿੱਚ ਘੇਰਾ 1704 ਨੂੰ ਪੈਂਦਾ, ਤੇ ਕਹਿੰਦੇ ਨੇ ਉਹਨਾਂ ਦੇ ਮਾਤਾ ਪਿਤਾ ਨੇ ਅਰਜ਼ ਕੀਤੀ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ, ਕਹਿਣ ਲੱਗੇ ਹਜ਼ੂਰ ਜੇ ਤੁਸੀਂ ਕਿਰਪਾ ਕਰੋ ਅਸੀਂ ਜਿਹੜਾ ਦੀਪ ਸਿੰਘ ਜੀ ਨੂੰ ਆਪਣੇ ਘਰ ਲੈ ਜਾਈਏ। ਉਦੋਂ ਤੱਕ ਅੰਮ੍ਰਿਤ ਪਾਣ ਉਹਨਾਂ ਨੇ ਕਰ ਲਿਆ ਹੋਇਆ ਸੀ, ਤੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਉਹਦਾ ਵਿਆਹ ਸ਼ਾਦੀ ਵੀ, ਉਹਦਾ ਆਨੰਦ ਕਾਰਜ ਵੀ ਕਰ ਦਿੱਤਾ ਜਾਏ। ਅਸੀਂ ਹੁਣ ਸ਼ਬਦ ਇਹ ਵਰਤਨੇ ਆ। ਤੇ ਕਹਿੰਦੇ ਨੇ ਗੁਰੂ ਸਾਹਿਬ ਜੀ ਕੋਲੋਂ ਇਜਾਜ਼ਤ ਲੈ ਕੇ ਉਹ ਜਿਹੜੇ ਚਲੇ ਗਏ ਆਪਣੇ ਇਲਾਕੇ 'ਚ ਪਾਹੂ ਪਿੰਡ ਦੇ ਵਿੱਚ। ਪਰ ਗੁਰੂ ਸਾਹਿਬ ਜੀ ਨੇ ਹਿਦਾਇਤ ਕੀਤੀ ਕਿ ਦੀਪ ਸਿੰਘ ਜੀ ਤੁਸੀਂ ਜਿਹੜੇ ਇਲਾਕੇ 'ਚ ਵੀ ਰਹਿਣਾ। ਵੈਸੇ ਸਾਰੇ ਸਿੱਖਾਂ ਨੂੰ ਹਿਦਾਇਤ ਸੀ, ਕਿਉਂਕਿ ਸਿੱਖ ਦੀ ਰਹਿਤ ਮਰਿਆਦਾ ਦੇ ਵਿੱਚ ਨਾ ਧੰਨ ਗੁਰੂ ਰਾਮਦਾਸ ਜੀ ਨੇ ਹੀ ਜਿਹੜੀ ਮੁਕਰਰ ਕੀਤੀ ਸੀ। ਵੈਸੇ ਸਾਰੇ ਗੁਰੂ ਸਾਹਿਬ ਜੀ ਨੇ ਵੀ ਆਪ ਜਪੋ ਅਵਰਾ ਨਾਮ ਜਪਾਵੋ, ਵੀ ਉਹ ਨਾਮ ਦੀ ਵਿਚਾਰਧਾਰਾ ਤੁਸੀਂ ਆਪ ਜਪਣੀ ਹੈ। ਅੱਜ ਅਸੀਂ ਕਈ ਵਾਰੀ ਨਾ ਜਦੋਂ ਡੀਪਲੀ ਗੁਰਬਾਣੀ ਦੀ ਗੱਲ ਚੱਲਦੀ ਹੈ ਤੇ ਸਿੱਖ ਕਹਿੰਦੇ ਨੇ ਅਸੀਂ ਕਿਹੜਾ ਪ੍ਰਚਾਰਕ ਬਣਨਾ ਜੀ, ਇਹ ਤੇ ਪ੍ਰਚਾਰਕਾਂ ਨੂੰ ਲੋੜ ਹੈ ਡੀਪਲੀ ਬਾਣੀ ਸਮਝਣ ਦੀ। ਮਾਫ ਕਰਨਾ, ਇਹ ਅਸੀਂ ਗਲਤ ਕਹਿੰਦੇ ਹਾਂ। ਜਦੋਂ ਤੁਸੀਂ ਸਰੈਂਡਰ ਕਰ ਦਿੰਦੇ ਹੋ ਨਾ, ਉਦੋਂ ਤੁਹਾਡੀ ਮਰਜ਼ੀ ਨਹੀਂ ਚੱਲਦੀ, ਉਦੋਂ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਡਿਸਿਪਲਿਨ ਫੋਲੋ ਕਰਨਾ ਹੀ ਸਾਡੀ ਡਿਊਟੀ ਹੈ। ਗੁਰੂ ਸਾਹਿਬ ਜੀ ਜ਼ਿਕਰ ਕਰਦੇ ਨੇ ਕਿ ਅਸਲ ਦੇ ਵਿੱਚ ਜਿਹੜਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਹਾਵੈ, ਫਿਰ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਕਿਲਬਿਖ ਦੋਖ ਪਾਪ ਲੈ ਜਾਵੈ। ਇਹਦੇ ਵਿੱਚ ਹੀ ਇਹ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਇਸ ਕਰਕੇ ਸਿੱਖ ਜਿੱਥੇ ਰਹਿੰਦੇ ਸਨ ਉਹ ਪ੍ਰਚਾਰ ਕਰਦੇ ਸਨ। ਇੱਥੇ ਮਸਕੀਨ ਜੀ ਦੀ ਇੱਕ ਹੋਰ ਗੱਲ ਮੈਨੂੰ ਯਾਦ ਆ ਗਈ। ਉਹ ਕਹਿੰਦੇ ਸੀ ਕ੍ਰਿਸਚਨ ਜਿੱਥੇ ਵੀ ਗਏ ਨੇ ਨਾ, ਭਾਵੇਂ ਇਹਨਾਂ ਨੇ ਰਾਜ ਵੀ ਕੀਤਾ ਹਿੰਦੁਸਤਾਨ ਦੇ ਵਰਗੇ ਮੁਲਕਾਂ 'ਚ, ਇਹਨਾਂ ਨੇ ਉੱਥੇ ਜਾ ਕੇ ਚਰਚ ਖੋਲ੍ਹੇ, ਲੋਕਾਂ ਨੂੰ ਡੋਰ ਟੂ ਡੋਰ ਦਰਵਾਜ਼ੇ ਖੜਕਾਏ, ਕ੍ਰਿਸਚੈਨਿਟੀ ਦੇਣ ਦਾ ਯਤਨ ਕੀਤਾ। ਇਸੇ ਤਰ੍ਹਾਂ ਮੁਸਲਮਾਨ ਜਿੱਥੇ ਵੀ ਗਏ ਨੇ, ਵੈਸੇ ਤਾਂ ਜਹਾਦ ਦਾ ਹੀ ਨਾਰਾ ਲਾਉਂਦੇ ਹੁੰਦੇ ਸੀ, ਉਹਨਾਂ ਨੇ ਤੇ ਓਪਰੈਸਿਵਲੀ ਜਿਹੜਾ ਕੋਰਸਿਵਲੀ ਜਿਹੜਾ ਕਨਵਰਟ ਕੀਤਾ, ਵਿਚ ਇਜ਼ ਨਾਟ ਅਲਾਊਡ ਅਕੋਰਡਿੰਗ ਟੂ ਗੁਰੂ ਗ੍ਰੰਥ ਸਾਹਿਬ ਜੀ। ਤੇ ਅਸਲ ਦੇ ਵਿੱਚ
ਜਿਹੜਾ ਉਹਨਾਂ ਨੇ ਵੀ ਆਪਣੇ ਆਪ ਨੂੰ ਜਿਹੜਾ ਮਿਸ਼ਨਰੀ ਰਹਿ ਕੇ ਵੀ ਉਹਨਾਂ ਨੇ ਪ੍ਰਚਾਰ ਕੀਤਾ ਹੈ। ਤੁਸੀਂ ਇਹਨਾਂ ਦੇ ਲੋਕਾਂ ਕੋਲ ਅੱਜ ਵੀ ਜਾਓ ਕਿਧਰੇ, ਮੈਨੂੰ ਬਹੁਤ ਵਿਚਰਨ ਦਾ ਮੌਕਾ ਮਿਲਦਾ ਹੈ। ਕਿਸੇ ਵੀ ਥਾਂ ਤੇ ਤੁਸੀਂ ਬੈਠੋ, ਕੁਝ ਸਮੇਂ ਬਾਅਦ ਉਹ ਤੁਹਾਨੂੰ ਆਪਣਾ ਮਜ਼ਹਬ ਜ਼ਰੂਰ ਆਫਰ ਕਰਦੇ ਨੇ। ਤੇ ਮਸਕੀਨ ਜੀ ਕਹਿੰਦੇ ਸਨ ਕ੍ਰਿਸਚਨ ਜਿੱਥੇ ਗਏ ਨੇ ਉਹਨਾਂ ਨੇ ਕ੍ਰਿਸਚੈਨਿਟੀ ਨੂੰ ਫੈਲਾਇਆ, ਮੁਸਲਮਾਨਾਂ ਨੇ ਫੈਲਾਇਆ, ਦੂਜੇ ਧਰਮਾਂ ਨੇ ਆ ਹਿੰਦੂਇਜ਼ਮ ਦੇ ਵਿੱਚੋਂ ਰਾਮਾ ਕ੍ਰਿਸ਼ਨਾ ਵਾਲਿਆਂ ਨੇ ਬੜੇ ਬੜੇ ਗੋਰਿਆਂ ਨੂੰ ਚੇਂਜ ਕੀਤਾ। ਪਰ ਉਹ ਕਹਿੰਦੇ ਸਿੱਖ ਆਪ ਹੀ ਸਿੱਖ ਨਹੀਂ ਰਹੇ, ਜਿੱਥੇ ਵੀ ਗਏ ਨੇ ਇਹਨਾਂ ਨੇ ਸਿੱਖੀ ਨੂੰ ਤਲਾਂਜਲੀ ਦਿੱਤੀ। ਪਹਿਲਾਂ ਮੈਨੂੰ ਮਾਫ ਕਰਨਾ, ਮੈਂ ਇਹ ਗੱਲ ਜਿਹੜੀ ਬਲੰਟਲੀ ਇਹ ਗੱਲ ਕਹਿ ਰਿਹਾ ਤੁਹਾਡੇ ਸਾਹਮਣੇ, ਕਿਉਂਕਿ ਸਾਨੂੰ ਹਲੂਣਾ ਇਸ ਗੱਲ ਦਾ ਆਉਣਾ ਚਾਹੀਦਾ ਹੈ। ਤੇ ਗੁਰੂ ਸਾਹਿਬ ਜੀ ਨੇ ਜਿਹੜਾ ਆਪ 30 ਦੇਸ਼ਾਂ 'ਚ ਗੁਰੂ ਸਾਹਿਬ ਜੀ ਗਏ ਨੇ, ਉਹਨਾਂ ਨੇ ਦੱਸ ਦਿੱਤਾ ਵੀ ਮਜ਼ਹਬ ਜਿੰਨਾ ਮਰਜ਼ੀ ਚੰਗਾ ਹੋਵੇ, ਜਦੋਂ ਤੱਕ ਉਹਨੂੰ ਪ੍ਰਚਾਰਿਆ ਨਾ ਜਾਏ, ਅਸੀਂ ਕਹਿੰਦੇ ਨਾ ਪ੍ਰਚਾਰ ਆਪੇ ਹੋ ਜਾਏਗਾ ਜੇ ਜੀਵਨ ਹੋਣਾ ਚਾਹੀਦਾ। ਤੇ ਗੁਰੂ ਨਾਨਕ ਸਾਹਿਬ ਦੇ ਜੀਵਨ 'ਚ ਕੋਈ ਕਮੀ ਨਹੀਂ ਸੀ। ਉਹਨਾਂ ਨੇ ਵੀ ਵਿਦੇਸ਼ਾਂ 'ਚ ਜਾ ਕੇ ਕੱਲੇ ਕੱਲੇ ਬੰਦੇ ਨੂੰ ਦੱਸਿਆ ਵੀ ਆਹ ਆਈਡੀਓਲੋਜੀ ਦੇ ਮੁਤਾਬਕ ਇੱਕ ਚੰਗਾ ਇਨਸਾਨ ਜ਼ਿੰਦਗੀ ਜਿਉ ਸਕਦਾ, ਚੰਗੇ ਇਨਸਾਨ ਬਣੋ। ਵੀ ਅਸਲ ਦੇ ਵਿੱਚ ਰੱਬ ਪ੍ਰਸਤੀ ਇਹ ਵੇ। ਤੇ ਇਹਦਾ ਮਤਲਬ ਉਹ ਸਿਧਾਂਤਾਂ ਦਾ ਪ੍ਰਿੰਸੀਪਲਸ ਨੂੰ ਸਪਰੈਡ ਕਰਨ ਦੇ ਲਈ ਉਹਨਾਂ ਨੂੰ ਵੀ ਲੋੜ ਪਈ ਹੈ। ਤੇ ਸਾਡੀ ਵੀ ਉਨੀ ਹੀ ਡਿਊਟੀ ਲਾਈ। ਬਾਬਾ ਦੀਪ ਸਿੰਘ ਜੀ ਦੀ ਵੀ ਉਹ ਡਿਊਟੀ ਗੁਰੂ ਸਾਹਿਬ ਜੀ ਨੇ ਲਾਈ। ਇਹ ਗੱਲਾਂ ਸਾਨੂੰ ਸਿੱਖਣ ਵਾਲੀਆਂ, ਜਿਹੜੀਆਂ ਖਾਸ ਕਰਕੇ ਪੁਰਾਣੇ ਸਿੱਖਾਂ ਨੂੰ ਦੇ ਜੀਵਨ ਨੂੰ ਵਾਚ ਕਰਦਿਆਂ ਜਾਂ ਸਮਝਦਿਆਂ ਅਸੀਂ ਬਿਲਕੁਲ ਇਗਨੋਰ ਕਰਕੇ ਲੰਘ ਜਾਂਦੇ ਹਾਂ ਹਿਸਟਰੀ ਦੇ ਵਿੱਚੋਂ। ਇਹ ਬਾਬਾ ਦੀਪ ਸਿੰਘ ਜੀ ਦੀ ਉੱਤੇ ਡਿਊਟੀ ਲਾਈ, ਜਿਹੜੀ ਅੱਜ ਡਿਊਟੀ ਮੈਂ ਕਈ ਵਾਰੀ ਕਹਿੰਦਾ ਹੁੰਦਾ, ਅੱਜ ਜੇ ਪ੍ਰਬੰਧ ਗੁਰੂ ਨਾਨਕ ਸਾਹਿਬ ਹੋਣ ਨਾ ਹੋਣਾ ਫਿਜ਼ੀਕਲੀ, ਤੇ ਜਿਹੜੇ ਅੱਜ ਬੱਚੇ ਅਸੀਂ ਕਹਿੰਦੇ ਹਾਂ ਨਾ ਵੀ ਜੁੜਦੇ ਨਹੀਂ ਜਾਂ ਦੂਰ ਜਾ ਰਹੇ ਨੇ, ਗੁਰਦੁਆਰਿਆਂ 'ਚ ਭੀੜਾਂ ਹੋਣੀਆਂ ਸੀ। ਉਹਦਾ ਕਾਰਨ ਇਹ ਪ੍ਰਬੰਧ ਆਇਆ ਸਾਡੇ ਸਾਰਿਆਂ ਦੇ ਹੱਥਾਂ ਦੇ ਵਿੱਚ, ਸਿੱਖਾਂ ਦੇ ਹੱਥਾਂ ਦੇ ਵਿੱਚ। ਤੇ ਸਾਡੀ ਕੋਈ ਧਰਮ ਦੇ ਵਿੱਚ, ਰੱਬ ਦੇ ਵਿੱਚ, ਭਗਤੀ ਦੇ ਵਿੱਚ ਦਿਲਚਸਪੀ ਉਨੀ ਹੈ ਨਹੀਂ। ਜਿਹੜੀ ਹੈਗੀ ਏ ਉਹ ਅਸਲ ਦੇ ਵਿੱਚ ਉਹ ਸੁਣੀਆਂ ਸੁਣਾਈਆਂ ਗੱਲਾਂ ਤੇ ਸੁਪਰਸਟੀਸ਼ਨਸ ਦੇ ਉੱਤੇ ਕਿਸੇ ਸਾਧ ਦੇ ਬੰਦਾ ਪਿੱਛੇ ਲੱਗ ਕੇ ਪ੍ਰੈਕਟਿਸ ਕਰਨ ਡਿਆ। ਅਸਲ ਦੇ ਵਿੱਚ ਜਿਹੜੀ ਸਿੱਖੀ ਉਹਦੀ ਪ੍ਰੈਕਟਿਸ ਜਿਹੜੀ ਬੰਦਾ ਸਮਝਣ ਲਈ ਤਿਆਰ ਨਹੀਂ ਹੈ। ਤੇ ਇਸ ਕਰਕੇ ਜਿਵੇਂ ਗੁਰੂ ਸਾਹਿਬ ਨੇ ਪ੍ਰੈਕਟਿਸ ਕਰਾਈ ਹੈ ਨਾ, ਉਹ ਬੜਾ ਗਿਆਨਵਾਨ ਮਨੁੱਖ ਹੈ, ਉਹਦੀ ਜ਼ਿੰਦਗੀ ਦੇ ਵਿੱਚ ਰਸ ਹੈ। ਗੁਰੂ ਸਾਹਿਬ ਜੀ ਕਹਿੰਦੇ ਮਾਂ ਨੂੰ ਘੱਲਾ ਉੱਠੀ ਚੱਲੈ ਸਾਧ ਨਹੀਂ ਇਵੇਂ ਹੀ ਗੱਲ ਹੈ। ਵੀ ਜੇ ਬੰਦਿਆ ਤੈਨੂੰ ਰੱਬ ਨੇ ਭੇਜਿਆ, ਤੂੰ ਗੁਰੂ ਨੂੰ ਇਗਨੋਰ ਕੀਤਾ, ਗੁਰੂ ਦਾ ਗਿਆਨ ਨੂੰ ਡੀਪਲੀ ਪ੍ਰੋਫਾਊਂਡਲੀ ਸਮਝਣ ਦਾ ਯਤਨ ਨਹੀਂ ਕੀਤਾ, ਤੇ ਤੂੰ ਇਸੇ ਤਰ੍ਹਾਂ ਚਲਾ ਗਿਆ, ਕੋਈ ਸਵਾਦ ਨਹੀਂ ਜ਼ਿੰਦਗੀ ਦਾ ਆਇਆ। ਭਾਈ ਗੁਰਦਾਸ ਜੀ ਕਹਿੰਦੇ ਨੇ ਇਸ ਤਰ੍ਹਾਂ ਜੰਗਲ ਦੇ ਅਸੀਂ ਦਰਖਤ ਹਾਂ ਸਾਰੇ, ਪਰ ਜਿਹਦੇ ਵਿੱਚ ਮਿੱਠੇ ਫਲ ਪੈਦਾ ਹੋ ਜਾਣ ਉੱਥੇ ਪੰਛੀ ਚੱਲ ਕੇ ਆਉਂਦੇ ਨੇ। ਅੱਜ ਲੋਕੀ ਸਾਡੇ ਨਾਲ ਜੁੜ ਵੀ ਜਾਣ, ਮੈਨੂੰ ਮਾਫ ਕਰਨਾ, ਸਾਡੇ ਕੋਲ ਜਿਹੜਾ ਉਹਨਾਂ ਨੂੰ ਦੱਸਣ ਲਈ ਬਹੁਤਾ ਕੁਝ ਹੈ ਨਹੀਂ। ਕਿਉਂਕਿ ਜੇ ਅਸੀਂ ਕਹੀਏ ਵੀ ਗੁਰੂ ਸਾਹਿਬ ਜੀ ਕਾਸਟਿਜ਼ਮ ਨੂੰ ਨਹੀਂ ਮੰਨਦੇ, ਤੇ ਇੱਥੋਂ ਦੇ ਸਮਾਜ ਨੇ ਬੰਦੇ ਨਾਲ ਬੰਦਾ ਨਫ਼ਰਤ ਕਰਨੀ ਛੱਡ ਦਿੱਤੀ ਹੋਈ ਹੈ। ਤੇ ਸਾਡੇ ਪੰਜਾਬ ਦੇ ਵਿੱਚ ਜਦੋਂ ਗੱਲ ਕਰੀਏ, ਉੱਥੇ ਤੇ ਕਾਸਟਿਸਟ ਲੋਕ ਬਹੁਤ ਨੇ। ਜਿਹੜਾ ਇਹਦਾ ਮਤਲਬ ਅਸੀਂ ਤੇ ਪਿੱਛੇ ਹਾਂ ਲੋਕਾਂ ਤੋਂ। ਉਹ ਤਾਂ ਕਹਿਣਗੇ ਅਸੀਂ ਔਰਤ ਨੂੰ ਅਜੇ ਬਰਾਬਰ ਦਾ ਕਈ ਥਾਵਾਂ ਤੇ ਦਰਜਾ ਦੇਣਾ ਹੈ, ਭਾਵੇਂ ਸਾਡੀ ਫਿਲਾਸਫੀ 'ਚ ਗੁਰੂਆਂ ਨੇ ਪਹਿਲਾਂ ਦਿੱਤਾ ਸੀ 500 ਸਾਲ, ਉਦੋਂ ਕਿਸੇ ਨੇ ਨਹੀਂ ਸੀ ਦਿੱਤਾ। ਤੇ ਇੱਥੇ ਤੇ ਅਮਰੀਕਾ ਦੇ ਵਿੱਚ ਤੁਸੀਂ ਕਿਸੇ ਔਰਤ ਨਾਲ ਗੱਲ ਕਰੋਗੇ, ਉਹ ਕਹਿਣਗੇ ਵੀ ਅਸੀਂ ਤੇ ਬਹੁਤ ਜ਼ਿਆਦਾ ਮੋਸਟ ਫਰੀडम ਜਿਹੜਾ ਮੰਨ ਰਹੇ ਹਾਂ ਇੱਥੇ, ਸਾਨੂੰ ਤਾਂ ਸਾਰੇ ਰਾਈਟ ਨੇ, ਨਾ ਕੋਈ ਦਏ ਤੇ ਦੇ ਕੈਨ ਡਰੈਗ ਇਨ ਦਾ ਕੋਰਟ, ਵੀ ਉਹਨਾਂ ਨੂੰ ਕੋਰਟ ਦੇ ਵਿੱਚ ਖਿੱਚਿਆ ਜਾ ਸਕਦਾ। ਅਸਲ ਦੇ ਵਿੱਚ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਜਿਹੜੀ ਗੱਲ ਕਰ ਰਹੇ ਨੇ, ਉਹ ਗੱਲ ਨੂੰ ਬਾਬਾ ਦੀਪ ਸਿੰਘ ਜੀ ਨੇ ਸਮਝਿਆ। ਇੱਥੋਂ ਕੱਲ੍ਹ ਦੀ ਹਿਸਟਰੀ, ਕਿਉਂਕਿ 3 ਦਿਨ ਨੇ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਸਾਖੀਆਂ 2-3 ਹੀ ਨੇ ਜਿਹੜੀਆਂ ਮੇਨ ਅਸੀਂ ਸਾਰੇ ਪ੍ਰਚਾਰਕ ਸੁਣਨੇ ਹਾਂ। ਤੇ ਇਸ ਕਰਕੇ ਉਹਨਾਂ ਦੇ ਜੀਵਨ 'ਚੋਂ ਸਿੱਖਣ ਦੇ ਲਈ ਬਹੁਤ ਕੁਝ ਹੈ। ਇੰਨਾ ਕੁਝ ਆ ਜੋ ਲਿਟਰੇਚਰ ਦੇ ਵੀ ਗੱਲ ਕਰਾਂਗੇ ਅਸੀਂ, ਕਿਵੇਂ ਉਹਨਾਂ ਨੇ ਵੱਖ-ਵੱਖ ਭਾਸ਼ਾ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ। ਤੇ ਅੱਜ ਸਾਨੂੰ ਸਾਰੀਆਂ ਦੁਨੀਆ ਦੀਆਂ ਭਾਸ਼ਾਵਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸੰਬੰਧਿਤ ਜਿਹੜੀਆਂ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ। ਹੁਣ ਆ ਗੋਰੇ ਆਉਂਦੇ ਨੇ ਨਾ ਸ਼ਹਿਰਾਂ ਦੇ ਵਿੱਚ, ਮੈਂ ਕਈ ਵਾਰੀ ਪੁੱਛਣਾ ਤੁਹਾਡੇ ਕੋਲ 100, 150, 200 ਪੰਨੇ ਦੀ ਕਿਤਾਬ ਹੋਵੇ ਜਿਹਦੇ ਤੇ ਫਿਲਾਸਫੀ ਸਿੱਖ ਬੜੀ ਬਰੀਫਲੀ ਤੇ ਚੰਗੀ ਪ੍ਰੀਸਾਈਜ਼ਲੀ ਲਿਖੀ ਹੋਵੇ, ਤੇ ਮੈਨੂੰ ਮਾਫ ਕਰਨਾ ਸਾਡੇ ਕੋਲ ਕੋਈ ਕਿਤਾਬ ਹੀ ਨਹੀਂ ਹੁੰਦੀ ਵੀ ਜਿਹੜੀ ਅਸੀਂ ਉਹਨਾਂ ਨੂੰ ਦੇ ਸਕੀਏ ਵੀ ਸਾਡੀ ਆਹ ਆਈਡੀਓਲੋਜੀ ਹੈ। ਤੇ ਇਸ ਕਰਕੇ ਸਾਨੂੰ ਇਹਨਾਂ ਟੌਪਿਕਾਂ ਦੇ ਉੱਤੇ ਕੰਮ ਕਰਨ ਦੇ ਲਈ ਬਾਬਾ ਦੀਪ ਸਿੰਘ ਦੇ ਕੋਲੋਂ ਉਹਨਾਂ ਦੇ ਜੀਵਨ ਦਾ ਇਤਿਹਾਸ ਬਹੁਤ ਵੱਡਾ ਹੈ। ਜੇ ਸੇਧ ਲੈਣੀ ਹੋਵੇ, ਇੱਕ ਇੱਕ ਜਿਹੜਾ ਬੀਜ ਹੈ ਨਾ,
ਬੋੜ ਦੇ ਦਰਖਤ ਤਰ੍ਹਾਂ ਉਹ ਲੱਗਦਾ ਤੇ ਸਰੋਂ ਦੇ ਦਾਣੇ ਜਿੰਨਾ ਹੈ, ਪਰ ਫੈਲਾਅ ਉਹਦਾ ਬਹੁਤ ਜ਼ਿਆਦਾ ਹੋ ਜਾਂਦਾ। ਗੁਰੂ ਸਾਹਿਬ ਜੀ ਮਿਹਰ ਕਰਨ, ਇਹ ਵਿਚਾਰ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਜਾਣ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਫਤਿਹ ਦੀ ਸਾਂਝ ਕਰੋ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ।